ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ? ਪਿਆਰੇ ਬੱਚਿਓ, ਅੱਜ ਆਪਾਂ ਤੁਹਾਡੇ NTSC ਐਗਜ਼ਾਮ 2020 ਲਈ ਸੋਸ਼ਲ ਸਾਇੰਸ ਵਿਸ਼ੇ ਵਿੱਚੋਂ ਸ਼ੀਟ ਨੰਬਰ 9 ਉਸ ਦਾ ਬੇਟਾ ਭਾਗ 1 ਕਰਾਂਗੇ। ਸ਼ੀਟ ਨੰਬਰ 9 ਦੇ ਵਿੱਚ ਆਪਾਂ ਅੱਜ ਸੋਸ਼ਲ ਸਾਇੰਸ ਵਿਸ਼ੇ ਨਾਲ ਸੰਬੰਧਿਤ ਕੁਝ ਕੁਐਸਚਨਸ ਕਰਾਂਗੇ। ਆਓ ਆਪਾਂ ਦੇਖਦੇ ਹਾਂ ਸ਼ੀਟ ਨੰਬਰ 9 ਪਾਰਟ 1। ਸੋ ਇਸ ਦਾ ਪਹਿਲਾ ਕੁਐਸਚਨ ਹੈ ਸਾਡੇ ਕੋਲੇ, ਪਹਿਲਾ ਵਿਸ਼ਵ ਯੁੱਧ ਕਦੋਂ ਹੋਇਆ? ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਬੇਟਾ। ਸਾਡੇ ਕੋਲ 4 ਵਿਸ਼ਵ ਨੇ, 1916 ਤੋਂ 1918, 1915 ਤੋਂ 1918, 1913 ਤੋਂ 1918, 1914 ਤੋਂ ਲੈ ਕੇ 1918। ਸੋ ਇਹਦਾ ਰਾਈਟ ਆਨਸਰ ਹੈ ਬੇਟਾ ਜੀ 1914 ਟੂ 1918, 1914 ਤੋਂ ਲੈ ਕੇ 1918 ਵਰਲਡ ਵਾਰ ਫਸਟ ਹੋਈ ਸੀ ਬੇਟਾ। ਵਿਸ਼ਵ ਯੁੱਧ ਹੋਇਆ ਸੀ ਪਹਿਲਾ, ਜਿਹੜਾ ਕਿ ਬੜਾ ਹੀ ਖਤਰਨਾਕ ਹੋਇਆ ਸੀ ਤੇ ਲਗਭਗ ਸਾਰੇ ਦੇਸ਼ਾਂ ਨੇ ਦੁਨੀਆ ਦੇ ਭਾਗ ਲਿਆ ਸੀ ਤੇ ਬਹੁਤ ਹੀ ਦੁਨੀਆ ਦਾ ਜਾਨੀ ਮਾਲੀ ਲਈ ਨੁਕਸਾਨ ਹੋਇਆ ਸੀ। ਤਾਂ ਤੁਸੀਂ ਯਾਦ ਰੱਖਣਾ ਹੈ ਫਸਟ ਵਰਲਡ ਵਾਰ 1914 ਤੋਂ 1918। ਸੈਕਿੰਡ ਕੁਐਸਚਨ ਹੈ ਜੀ, ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅੰਤਰਰਾਸ਼ਟਰੀ ਝਗੜਿਆਂ ਦੇ ਸ਼ਾਂਤਮਈ ਹੱਲ ਲਈ ਕਿਸ ਸੰਸਥਾ ਦੀ ਸਥਾਪਨਾ ਕੀਤੀ ਗਈ? ਬੇਟਾ ਇਹ ਫਸਟ ਵਰਲਡ ਵਾਰ ਨੇ ਦੁਨੀਆ ਨੂੰ ਬਹੁਤ ਨੁਕਸਾਨ ਕੀਤਾ ਸੀ। ਸੋ ਫਿਰ ਦੁਨੀਆ ਦੇ ਦੇਸ਼ਾਂ ਨੇ ਕੀ ਇੱਕ ਬਣਾਇਆ ਵੀ ਸਾਰੇ ਅਸੀਂ ਜਿਹੜੀ ਕੋਈ ਪ੍ਰੋਬਲਮਸ ਨੇ ਉਹਨਾਂ ਨੂੰ ਸ਼ਾਂਤਮਈ ਟੇਬਲ ਟਾਕ ਨਾਲ ਨਜਿੱਠਾਂਗੇ। ਤਾਂ ਉਹਦੇ ਵਾਸਤੇ ਕਿਹੜੀ ਸੰਸਥਾ ਦੀ ਸਥਾਪਨਾ ਕੀਤੀ ਗਈ? G5, ਸਾਰਕ, ਲੀਗ ਆਫ ਨੇਸ਼ਨਸ ਜਾਂ UNO? ਸੋ ਬੇਟਾ ਇਹਦਾ ਰਾਈਟ ਆਨਸਰ ਹੈ ਲੀਗ ਆਫ ਨੇਸ਼ਨਸ। ਫਸਟ ਵਰਲਡ ਵਾਰ ਤੋਂ ਮਗਰੋਂ ਵਿਸ਼ਵ ਸ਼ਾਂਤੀ ਲਈ ਇੱਕ ਸੰਸਥਾ ਬਣਾਈ ਗਈ ਜਿਹਨੂੰ ਬੋਲਿਆ ਜਾਂਦਾ ਹੈ ਜੀ ਲੀਗ ਆਫ ਨੇਸ਼ਨਸ। ਇਸ ਦੀ ਸਥਾਪਨਾ ਕੀਤੀ ਗਈ ਸੀ। ਫਿਰ ਬੇਟਾ ਅਗਲਾ ਕੁਐਸਚਨ ਆ ਗਿਆ, ਦੂਸਰਾ ਵਿਸ਼ਵ ਯੁੱਧ ਕਦੋਂ ਹੋਇਆ? ਦੇਖੋ ਵਿਸ਼ਵ ਯੁੱਧ ਰੋਕਣ ਵਾਸਤੇ ਲੀਗ ਆਫ ਨੇਸ਼ਨਸ ਦੀ ਸਥਾਪਨਾ ਕੀਤੀ ਗਈ ਸੀ, ਪਰ ਇਹ ਫੇਲਿਅਰ ਹੋ ਗਿਆ। ਸੋ ਇਸ ਤੋਂ ਮਗਰੋਂ ਦੁਨੀਆ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਜਿਸ ਨੂੰ ਅਸੀਂ ਦੂਸਰਾ ਵਿਸ਼ਵ ਯੁੱਧ ਬੋਲਦੇ ਹਾਂ। ਇਹਦਾ ਸਮਾਂ ਕੀ ਸੀ ਬੇਟਾ ਜੀ? ਇਹਦਾ ਸਮਾਂ ਸੀ 1939 ਤੋਂ ਲੈ ਕੇ 1945, 1939 ਤੋਂ ਲੈ ਕੇ 1945। ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਸੈਕਿੰਡ ਵਿਸ਼ਵ ਯੁੱਧ, ਸੈਕਿੰਡ ਵਰਲਡ ਵਾਰ ਦਾ ਜਿਹੜਾ ਸਮਾਂ ਸੀ 1939 ਤੋਂ 1945। ਫਸਟ ਵਰਲਡ ਵਾਰ ਦਾ ਆਪਾਂ ਪਹਿਲੇ ਕੁਐਸਚਨ ਕਰਕੇ ਆਏ ਹਾਂ 1914 ਤੋਂ ਲੈ ਕੇ 1918। ਸੋ ਸੈਕਿੰਡ ਵਰਲਡ ਵਾਰ 1939 ਟੂ 1945। ਤੁਹਾਨੂੰ ਪਤਾ ਹੋਊਗਾ ਸੈਕਿੰਡ ਵਰਲਡ ਵਾਰ ਕਿਵੇਂ ਖਤਮ ਹੋਈ ਸੀ? ਜਦੋਂ ਅਮਰੀਕਾ ਨੇ ਜਾਪਾਨ ਦੇ 2 ਸ਼ਹਿਰਾਂ ਦੇ ਉੱਤੇ ਬੰਬ ਸੁੱਟਿਆ ਸੀ, ਪਰਮਾਣੂ ਬੰਬ ਸੁੱਟਿਆ ਸੀ 6 ਅਗਸਤ ਤੇ 9 ਅਗਸਤ ਨੂੰ। ਉਹਦੇ ਸਿੱਟੇ ਵਜੋਂ ਜਾਪਾਨ ਹਾਰ ਗਿਆ, ਉਹਨੇ ਵਿਡਰਾਅ ਕਰ ਲਿਆ। ਤਾਂ ਉਸ ਤਰ੍ਹਾਂ ਇਹ ਸੈਕਿੰਡ ਵਰਲਡ ਵਾਰ ਖਤਮ ਹੋਈ ਸੀ। ਸੋ ਅਗਲਾ ਕੁਐਸਚਨ ਹੈ ਸਾਡੇ ਕੋਲੇ, ਦੂਸਰੇ ਵਿਸ਼ਵ ਯੁੱਧ ਦੌਰਾਨ ਕਿਸ ਦੇਸ਼ ਦੁਆਰਾ ਪਹਿਲੀ ਵਾਰ ਪਰਮਾਣੂ ਬੰਬ ਦਾ ਪ੍ਰਯੋਗ ਕੀਤਾ ਗਿਆ? ਆਪਾਂ ਹੁਣੀ ਕਰਕੇ ਆਏ ਹਾਂ। ਉਹ ਕਿਹੜਾ ਦੇਸ਼ ਸੀ ਬੇਟਾ ਜੀ? USA ਨੇ ਪਹਿਲੀ ਵਾਰ ਐਟੋਮਿਕ એનર્ਜੀ, ਐਟੋਮਿਕ ਪਾਵਰ ਦਾ ਬੰਬ ਦੀ ਯੂਜ਼ ਕੀਤੀ ਸੀ। ਜਾਪਾਨ ਦੇ ਉੱਤੇ ਕੀਤਾ ਸੀ 1945 ਦੇ ਵਿੱਚ, ਜਿਸ ਦੇ ਨਾਲ ਜਾਪਾਨ ਦੇ 2 ਸ਼ਹਿਰ ਹੀਰੋਸ਼ੀਮਾ ਐਂਡ ਨਾਗਾਸਾਕੀ ਟੋਟਲੀ ਬਰਬਾਦ ਹੋ ਗਏ ਸੀ। ਸੋ ਪਰਮਾਣੂ ਬੰਬ ਯੂਜ਼ ਕਰਨ ਵਾਲਾ ਪਹਿਲਾ ਦੇਸ਼ ਕੌਣ ਸੀ? USA, ਯੂਨਾਈਟਿਡ ਸਟੇਟਸ ਆਫ ਅਮਰੀਕਾ। ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ, ਆ ਰਿਹਾ ਨਾਰਥ ਅਮਰੀਕਾ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ। ਸੋ ਅਗਲਾ ਕੁਐਸਚਨ ਹੈ ਬੇਟਾ ਜੀ, ਕੁਐਸਚਨ ਨੰਬਰ 5, ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵਿਸ਼ਵ ਸ਼ਾਂਤੀ ਅਤੇ ਯੁੱਧਾਂ ਨੂੰ ਰੋਕਣ ਲਈ ਕਿਸ ਸੰਸਥਾ ਦੀ ਸਥਾਪਨਾ ਕੀਤੀ ਗਈ? ਜਿਸ ਤਰ੍ਹਾਂ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਲੀਗ ਆਫ ਨੇਸ਼ਨਸ ਸੀ, ਤਾਂ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਬੇਟਾ ਕਿਹੜਾ ਸਥਾਪਨਾ ਕੀਤੀ ਗਈ? ਕਿਹੜੀ ਇੱਕ ਆਰਗੇਨਾਈਜੇਸ਼ਨ ਬਣਾਈ ਗਈ? ਉਹ ਸੀ ਬੇਟਾ ਜੀ UNO, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਕੀ ਨਾਮ ਹੈ ਜੀ? ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਇਸ ਦੀ ਸਥਾਪਨਾ ਕੀਤੀ ਗਈ ਸੀ 24 ਅਕਤੂਬਰ 1945 ਨੂੰ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਯਾਦ ਰੱਖਣਾ ਤੁਸੀਂ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਇਹਦੀ ਡੇਟ ਵੀ ਯਾਦ ਰੱਖਣੀ ਹੈ, ਕਿਸ ਦਿਨ ਸੈਟਅਪ ਕੀਤਾ ਗਿਆ ਸੀ? 24 ਅਕਤੂਬਰ 1945 ਨੂੰ। ਨੈਕਸਟ ਕੁਐਸਚਨ ਹੈ, ਭਾਰਤ ਦੀ ਵਿਦੇਸ਼ ਨੀਤੀ ਦਾ ਬਾਨੀ ਕਿਸ ਨੂੰ ਆਖਿਆ ਜਾਂਦਾ ਹੈ? ਜਾਂ ਕਈ ਵਾਰ ਆ ਜਾਂਦਾ ਭਾਰਤ ਦੀ ਵਿਦੇਸ਼ ਨੀਤੀ ਦਾ ਪਿਤਾਮਾ ਕਿਸ ਨੂੰ ਆਖਿਆ ਜਾਂਦਾ ਹੈ? ਸਾਡੇ ਕੋਲ ਆਪਸ਼ਨ ਹੈ ਡਾਕਟਰ BR ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਜਾਂ ਡਾਕਟਰ ਰਾਜਿੰਦਰ ਪ੍ਰਸਾਦ। ਸੋ ਬੇਟਾ ਭਾਰਤ ਦੀ ਵਿਦੇਸ਼ ਨੀਤੀ ਤਿਆਰ ਕਰਨ ਦਾ ਸਿਹਰਾ ਜਾਂਦਾ ਹੈ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ। ਸੋ ਭਾਰਤ ਦੀ ਵਿਦੇਸ਼ ਨੀਤੀ ਦੇ ਪਿਤਾਮਾ ਵੀ ਕਿਹਨੂੰ ਆਖਿਆ ਜਾਂਦਾ ਹੈ? ਪੰਡਿਤ ਜਵਾਹਰ ਲਾਲ ਨਹਿਰੂ ਜੀ। ਇਹਨਾਂ ਨੂੰ ਭਾਰਤੀ ਵਿਦੇਸ਼ ਨੀਤੀ ਦੇ ਪਿਤਾਮਾ ਵੀ ਆਖਿਆ ਜਾਂਦਾ ਹੈ। ਸੋ ਨਾਓ ਵੀ ਮੂਵ ਟੂ ਕੁਐਸਚਨ ਨੰਬਰ 7, UNO ਦੀ ਸਥਾਪਨਾ ਕਦੋਂ ਹੋਈ? ਹੁਣੀ ਆਪਾਂ ਦੇਖ ਕੇ ਆਏ ਸੀ ਵੀ ਸੈਕਿੰਡ ਵਰਲਡ ਵਾਰ ਤੋਂ ਮਗਰੋਂ ਵਿਸ਼ਵ ਸ਼ਾਂਤੀ ਦੀ ਦੇਸ਼ਾਂ ਦੇ ਝਗੜਿਆਂ ਨੂੰ ਨਜਿੱਠਣ ਵਾਸਤੇ UNO ਦੀ ਸਥਾਪਨਾ ਕੀਤੀ ਗਈ। ਕਦੋਂ ਕੀਤੀ ਗਈ ਸੀ ਬੇਟਾ ਜੀ? ਤੁਹਾਨੂੰ ਯਾਦ ਹੋਊ 24 ਅਕਤੂਬਰ 1945। 24 ਅਕਤੂਬਰ 1945 ਦੀ ਡੇਟ ਤੁਸੀਂ ਯਾਦ ਰੱਖਣੀ ਹੈ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਇਸੇ ਕਰਕੇ 24 ਅਕਤੂਬਰ ਨੂੰ ਬੇਟਾ ਹਰ ਸਾਲ UNO ਯੂਨਾਈਟਿਡ ਨੇਸ਼ਨ ਡੇ ਵੀ ਮਨਾਇਆ ਜਾਂਦਾ ਹੈ। UNO ਡੇ ਕਦੋਂ ਮਨਾਇਆ ਜਾਂਦਾ ਹੈ? 24 ਅਕਤੂਬਰ ਨੂੰ। ਇਹਦੀ ਸਥਾਪਨਾ ਕਦੋਂ ਕੀਤੀ ਗਈ ਸੀ? 24 ਅਕਤੂਬਰ 1945। ਬਹੁਤ ਹੀ ਇੰਪੋਰਟੈਂਟ ਕੁਐਸਚਨ ਸੀ। ਹੁਣ ਆ ਗਿਆ 26 ਜੂਨ 1945 ਨੂੰ ਸੰਯੁਕਤ ਰਾਸ਼ਟਰ ਸੰਘ ਦਾ ਚਾਰਟਰ ਕਿਸ ਸ਼ਹਿਰ ਵਿੱਚ ਪ੍ਰਵਾਨ ਕੀਤਾ ਗਿਆ? ਬੇਟਾ
ਸਥਾਪਨਾ ਕੀਤੀ ਗਈ ਸੀ 24 ਅਕਤੂਬਰ 1945 ਨੂੰ, ਪਰ ਉਸ ਤੋਂ ਪਹਿਲਾਂ ਇਸ ਨੂੰ ਸਥਾਪਿਤ ਕਰਨ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਇਹਦਾ ਚਾਰਟਰ ਸੀ ਜਿਹੜਾ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਵਿੱਚ ਪ੍ਰਵਾਨ ਕੀਤਾ ਗਿਆ? ਆਪਸ਼ਨ ਨੇ ਪੈਰਿਸ, ਲੰਡਨ, ਨਿਊਯਾਰਕ ਜਾਂ ਫਿਰ ਸਨ ਫਰਾਂਸਿਸਕੋ। ਸੋ ਬੇਟਾ ਇਹਦਾ ਰਾਈਟ ਆਨਸਰ ਹੈ ਸਨ ਫਰਾਂਸਿਸਕੋ। ਇੱਥੇ ਇਹਦਾ ਬੇਟਾ ਚਾਰਟਰ ਪਾਸ ਕੀਤਾ ਗਿਆ ਸੀ, ਜਿਸ ਨੂੰ ਬਾਅਦ ਦੇ ਵਿੱਚ 24 ਅਕਤੂਬਰ 1945 ਨੂੰ ਪ੍ਰੋਪਰਲੀ ਇੰਪਲੀਮੈਂਟ ਕਰ ਦਿੱਤਾ ਗਿਆ। USA ਦਾ ਇੱਕ ਸ਼ਹਿਰ ਹੈ ਸਨ ਫਰਾਂਸਿਸਕੋ। ਆ ਤੁਸੀਂ ਦੇਖ ਸਕਦੇ ਹੋ, ਆ ਰੈੱਡ ਡਾਟ ਜਿਹੜਾ ਆਪਣੇ ਕੋਲੇ ਚੱਲ ਰਿਹਾ ਹੈ, ਇਹ ਹੈ ਜੀ ਸੈਨ ਫਰਾਂਸਿਸਕੋ। ਨੈਕਸਟ ਕੁਐਸਚਨ, ਸੰਯੁਕਤ ਰਾਸ਼ਟਰ ਸੰਘ ਦੇ ਮੁੱਢਲੇ ਅਤੇ ਮੌਜੂਦਾ ਮੈਂਬਰਾਂ ਦੀ ਗਿਣਤੀ ਕਿੰਨੀ ਗਿਣਤੀ ਹੈ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ NTSC ਵਾਸਤੇ ਵੀ, ਤੁਹਾਡੇ ਫਾਈਨਲ ਐਗਜ਼ਾਮ ਵਾਸਤੇ ਵੀ ਮੁੱਢਲੇ ਮੈਂਬਰ ਕਿੰਨੇ ਸੀ ਜਦੋਂ 1945 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ? ਬੇਟਾ ਉਸ ਸਮੇਂ ਇਹਦੇ ਮੁੱਢਲੇ ਮੈਂਬਰ ਸੀ 51। ਭਾਰਤ ਇਹਦਾ ਮੁੱਢਲਾ ਮੈਂਬਰ ਹੈ, ਤੁਸੀਂ ਇਹ ਯਾਦ ਰੱਖਣਾ ਹੈ। ਐਟ ਪ੍ਰੈਜ਼ੈਂਟ ਇਹਦੇ ਮੈਂਬਰ ਕਿੰਨੇ ਨੇ? 193। ਸੋ ਆਪਣਾ ਰਾਈਟ ਆਨਸਰ ਆ ਗਿਆ ਇਹਦਾ ਡੀ ਪਾਰਟ 51 ਐਂਡ 193। 51 ਅਤੇ 193 ਇਹਦੇ ਮੈਂਬਰਾਂ ਦੀ ਕੁੱਲ ਗਿਣਤੀ ਹੈ। ਮੁੱਢਲੇ ਮੈਂਬਰ ਸੀ 51, ਹੁਣ ਹੈਗੇ ਨੇ ਜੀ 193। ਲਗਭਗ ਦੁਨੀਆ ਦੇ ਸਾਰੇ ਹੀ ਦੇਸ਼ ਇਸ ਦੇ ਮੈਂਬਰ ਬਣ ਚੁੱਕੇ ਹਨ। ਲੇਟੈਸਟ ਜਿਹੜਾ 193 ਨੰਬਰ ਦੇ ਮੈਂਬਰ ਬਣਿਆ ਸੀ ਉਹ ਹੈ ਜੀ ਸਾਊਥ ਸੁਡਾਨ। ਸੋ ਅਗਲਾ ਕੁਐਸਚਨ ਸਾਡੇ ਕੋਲ ਆ ਗਿਆ, ਸੰਯੁਕਤ ਰਾਸ਼ਟਰ ਸੰਘ ਦੇ ਮੁੱਖ ਕਿੰਨੇ ਅੰਗ ਹਨ? ਬੇਟਾ UNO ਦੇ ਕਿੰਨੇ ਆਰਗਨਸ ਨੇ? ਇੰਪੋਰਟੈਂਟ ਆਰਗਨਸ ਕਿੰਨੇ ਜਿਹੜੇ ਮੇਨ, ਉਹ ਕਿੰਨੇ ਨੇ? 8 ਨੇ, 5 ਨੇ, 6 ਨੇ ਜਾਂ ਫਿਰ 7 ਨੇ? ਸੋ ਬੇਟਾ ਜੀ ਦਾ ਰਾਈਟ ਆਨਸਰ ਹੈ 6। ਇਹਦੇ ਰਾਈਟ ਕੁੱਲ ਕਿੰਨੇ ਆਰਗਨ ਨੇ? ਮੁੱਖ ਆਰਗਨ ਕਿੰਨੇ ਨੇ ਜੀ? 6 ਆਰਗਨਸ ਨੇ। ਉਹਨਾਂ ਦੇ ਨਾਮ ਆ ਤੁਹਾਡੇ ਸਾਹਮਣੇ ਨੇ, ਜਨਰਲ ਅਸੈਂਬਲੀ, ਸਿਕਿਉਰਿਟੀ ਕਾਉਂਸਲ, ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਟਰਸਟੀਸ਼ਿਪ ਕਾਉਂਸਲ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਐਂਡ ਸੈਕਟਰੀਏਟ। ਇਹ 6 ਆਰਗਨਸ ਨੇ, ਬੜੇ ਹੀ ਮਹੱਤਵਪੂਰਨ ਆਰਗਨਸ ਨੇ, ਇਹਨਾਂ ਦੀ ਆਪਣੇ ਆਪਣੇ ਫੰਕਸ਼ਨਿੰਗ ਹੈ। ਸੋ ਇਹ UN ਨੂੰ ਇੱਕ ਬੜੀ ਵੱਡੀ ਇੱਕ ਸਪੋਰਟ ਹੈ ਵੀ UNO ਦੇ ਆਰਗਨਸ ਸਹੀ ਢੰਗ ਨਾਲ ਕੰਮ ਕਰਦੇ ਹਨ। ਇੱਕ ਕੁਐਸਚਨ ਆ ਜਾਂਦਾ ਬੇਟਾ ਕਈ ਵਾਰ ਪੇਪਰ ਦੇ ਵਿੱਚ, UNO ਦਾ ਹੈੱਡ ਕੁਆਰਟਰ ਕਿੱਥੇ ਹੈ? ਯੂਨਾਈਟਿਡ ਨੇਸ਼ਨ ਆਰਗਨਸ ਦਾ ਹੈੱਡ ਕੁਆਰਟਰ ਕਿੱਥੇ ਹੈ? ਨਿਊਯਾਰਕ ਦੇ ਵਿੱਚ। ਕਿੱਥੇ ਹੈ? ਨਿਊਯਾਰਕ ਦੇ ਵਿੱਚ। ਸੋ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 11, UNO ਦੇ ਕਿਸ ਅੰਗ ਨੂੰ ਇਸ ਦੀ ਸੰਸਦ ਵੀ ਆਖਿਆ ਜਾਂਦਾ ਹੈ? ਦੇਖੋ ਆਪਾਂ 6 ਆਰਗਨਸ ਪੜ੍ਹ ਕੇ ਆਏ ਹਾਂ, ਉਹਨਾਂ ਵਿੱਚੋਂ ਕਿਹੜਾ ਅੰਗ ਹੈ ਜਿਸ ਨੂੰ ਇਸ ਦੀ ਸੰਸਦ ਵੀ ਆਖਿਆ ਜਾਂਦਾ ਹੈ? ਸੋ ਬੇਟਾ ਦੀ ਸੰਸਦ ਆਖਿਆ ਜਾਂਦਾ ਹੈ ਮਹਾਸਭਾ, ਜਿਸ ਦੇ ਵਿੱਚ ਸਾਰੇ ਦੇਸ਼ਾਂ ਦੇ ਮੈਂਬਰ ਦੇ ਲੋਕ ਉਸ ਮੈਂਬਰ ਹੁੰਦੇ ਹਨ। ਇਸ ਨੂੰ ਅਸੀਂ ਬੋਲੇ ਜਾਂਦੇ ਹਾਂ ਸੰਸਦ ਵੀ ਬੋਲਿਆ ਜਾਂਦਾ ਹੈ। ਕਿਸ ਨੂੰ ਬੋਲਿਆ ਜਾਂਦਾ ਹੈ? ਮਹਾਸਭਾ। ਦੇਖੋ ਕਿੱਡੀ ਵਿਸ਼ਾਲ, ਇਹਦੇ ਵਿੱਚ ਸਾਰੇ ਜਿੰਨੇ ਇਹਦੇ ਮੈਂਬਰ ਦੇਸ਼ ਨੇ 193 ਦੇ 193 ਮੈਂਬਰ, ਉਹ ਆਪਣੇ ਮੈਂਬਰਸ ਨੂੰ ਭੇਜਦੇ ਨੇ ਤੇ ਸੰਸਦ ਦੀ ਤਰ੍ਹਾਂ ਇੱਕ ਕਾਰਵਾਈ ਚੱਲਦੀ ਹੈ। ਇਸੇ ਕਰਕੇ ਇਸ ਨੂੰ ਇਸ ਦੀ ਸੰਸਦ ਵੀ ਆਖਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 12, UNO ਦੇ ਕਿਸ ਅੰਗ ਨੂੰ ਇਸ ਦੀ ਕਾਰਜਪਾਲਿਕਾ ਵੀ ਆਖਿਆ ਜਾਂਦਾ ਹੈ? ਐਗਜ਼ੀਕਿਊਟਿਵ ਵੀ ਆਖਿਆ ਜਾਂਦਾ ਹੈ। ਆਪਸ਼ਨ ਨੇ ਸੁਰੱਖਿਆ ਪਰਿਸ਼ਦ, ਮਹਾਸਭਾ, ਸਕੱਤਰੇਤ ਤੇ ਅੰਤਰਰਾਸ਼ਟਰੀ ਅਦਾਲਤ। ਸੋ ਇਹਦਾ ਰਾਈਟ ਆਨਸਰ ਆ ਗਿਆ ਜੀ ਸੁਰੱਖਿਆ ਪਰਿਸ਼ਦ। ਸਿਕਿਉਰਿਟੀ ਕਾਉਂਸਲ ਨੂੰ ਇਸ ਦੀ ਬੇਟਾ ਕਾਰਜਪਾਲਿਕਾ ਵੀ ਆਖਿਆ ਜਾਂਦਾ ਹੈ। ਇਹ ਸਿਕਿਉਰਿਟੀ ਕਾਉਂਸਲ ਦੀ ਹੈ ਜੋ ਇਸ ਦੇ ਕਾਰਜਪਾਲਿਕਾ ਦੇ ਰੂਪ ਦੇ ਵਿੱਚ ਕੰਮ ਕਰਦੀ ਹੈ। ਸੋ ਆਪਾਂ ਕੁਐਸਚਨ ਨੰਬਰ 13 ਦੇਖਦੇ ਹਾਂ ਕੀ ਹੈ। UNO ਦੀ ਮਹਾਸਭਾ ਵਿੱਚ ਹਰ ਦੇਸ਼ ਆਪਣੇ ਕਿੰਨੇ ਮੈਂਬਰ ਭੇਜ ਸਕਦਾ ਹੈ? ਹਾਂਜੀ, ਜਿਹੜੀ ਆਪਾਂ ਸੰਸਦ ਦੀ ਗੱਲ ਕਰਕੇ ਆਏ ਨਾ, ਮਹਾਸਭਾ, ਉਹਦੇ ਵਿੱਚ ਬੇਟਾ ਹਰ ਇੱਕ ਦੇਸ਼ ਆਪਣੇ ਕੁਝ ਰੀਪ੍ਰੈਜ਼ੈਂਟੇਟਿਵ ਭੇਜਦਾ, ਆਪਣੇ ਮੈਂਬਰ ਭੇਜਦਾ ਉਹਨੂੰ ਮੀਟਿੰਗ ਅਟੈਂਡ ਕਰਨ ਵਾਸਤੇ। ਉਹ ਹਰ ਇੱਕ ਦੇਸ਼ ਕਿੰਨੇ ਮੈਂਬਰ ਭੇਜ ਸਕਦਾ ਹੈ? 5 ਮੈਂਬਰ ਭੇਜ ਸਕਦਾ ਹੈ ਜੀ, ਇਹ ਯਾਦ ਰੱਖਣਾ ਹੈ। ਮਹਾਸਭਾ ਦੇ ਵਿੱਚ ਇੱਕ ਦੇਸ਼ ਕਿੰਨੇ ਮੈਂਬਰ ਭੇਜ ਸਕਦਾ ਹੈ? ਆਪਣੇ 5 ਮੈਂਬਰ ਭੇਜ ਸਕਦਾ ਹੈ। ਸੋ ਨੈਕਸਟ ਕੁਐਸਚਨ, UNO ਸੁਰੱਖਿਆ ਪਰਿਸ਼ਦ ਦੇ ਕਿੰਨੇ ਮੈਂਬਰ ਹੁੰਦੇ ਹਨ? ਸਿਕਿਉਰਿਟੀ ਕਾਉਂਸਲ ਹੈ ਜਿਹੜਾ UNO ਦਾ, ਉਹਦੇ ਮੈਂਬਰ ਕਿੰਨੇ ਹੁੰਦੇ ਨੇ? ਬੇਟਾ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹਨਾ। ਇਹ 'ਚ ਕੁੱਲ ਮੈਂਬਰ ਨੇ, ਉਹ ਕੁੱਲ ਮੈਂਬਰ ਕਿੰਨੇ ਨੇ? 15। ਕਿੰਨੇ ਨੇ ਜੀ? 15। ਸੁਰੱਖਿਆ ਪਰਿਸ਼ਦ ਦੇ ਕੁੱਲ ਮੈਂਬਰ ਕਿੰਨੇ ਨੇ ਜੀ? 15 ਮੈਂਬਰ ਨੇ। ਆ ਦੇਖੋ 15 ਦੀ ਡਾਇਗ੍ਰਾਮ ਆ ਗਈ ਸਾਡੇ ਕੋਲੇ। ਇਹ ਟੋਟਲ ਮੈਂਬਰਸ ਨੇ 15, ਜਿਹਦੇ ਵਿੱਚੋਂ ਅੱਗੇ ਬਾਈਫਰਕੇਟ ਕੀਤੇ ਜਾਂਦੇ ਨੇ ਵੀ ਪਰਮਾਨੈਂਟ ਮੈਂਬਰ ਕਿੰਨੇ ਨੇ, ਟੈਂਪਰੇਰੀ ਮੈਂਬਰਸ ਕਿੰਨੇ ਨੇ। ਪਰਮਾਨੈਂਟ ਮੈਂਬਰ ਬੇਟਾ ਹੁੰਦੇ ਨੇ 5, ਟੈਂਪਰੇਰੀ ਮੈਂਬਰ ਹੁੰਦੇ ਨੇ 10। ਜਿਹੜੇ 5 ਪਰਮਾਨੈਂਟ ਮੈਂਬਰ ਨੇ ਉਹ ਤੁਸੀਂ ਹਮੇਸ਼ਾ ਯਾਦ ਰੱਖਣੇ ਆ। ਦੇਖੋ ਚਾਈਨਾ, ਫਰਾਂਸ, ਰਸ਼ੀਆ, ਯੂਨਾਈਟਿਡ ਕਿੰਗਡਮ ਜਿਹਨੂੰ ਆਪਾਂ ਇੰਗਲੈਂਡ ਬੋਲਦੇ ਆ, ਤੇ ਯੂਨਾਈਟਿਡ ਸਟੇਟ। ਇਹ 5 ਬੇਟਾ ਇਹਦੇ ਸਥਾਈ ਮੈਂਬਰ ਨੇ, ਜਿਨ੍ਹਾਂ ਨੂੰ ਅਸੀਂ ਵੀਟੋ ਪਾਵਰ ਹੋਲਡਰ ਕੰਟਰੀਜ਼ ਵੀ ਬੋਲਦੇ ਹਾਂ। ਇਹ ਯਾਦ ਰੱਖਣਾ ਬਹੁਤ ਹੀ ਇੰਪੋਰਟੈਂਟ ਹੈ। ਤੇ 5 ਸਥਾਈ ਮੈਂਬਰ ਕਿਹੜੇ ਕਿਹੜੇ ਨੇ? ਜੇ ਆਪਾਂ ਇੱਧਰ ਖੜੀਏ USA, UK, ਕੈਨੇਡਾ, UK ਜਿਹੜਾ ਆਪਣਾ ਆ ਗਿਆ ਇੰਗਲੈਂਡ, ਫਿਰ ਰਸ਼ੀਆ, ਫਿਰ ਫਰਾਂਸ ਐਂਡ ਫਿਰ ਚਾਈਨਾ, ਤੇ 10 ਇਹਦੇ ਟੈਂਪਰੇਰੀ ਮੈਂਬਰ ਹਨ। ਕਲੀਅਰ। ਨੈਕਸਟ ਕੁਐਸਚਨ ਬੇਟਾ ਆਪਣੇ ਆ ਗਿਆ, ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਪਾਸ ਵਿਟੋ ਸ਼ਕਤੀ ਨਹੀਂ ਹੈ? ਵਿਟੋ ਪਾਵਰ ਨਹੀਂ ਹੈ। ਦੇਖੋ ਸੰਯੁਕਤ ਰਾਸ਼ਟਰ ਅਮਰੀਕਾ ਆਪਾਂ ਹੁਣੀ ਪੜ੍ਹ ਕੇ ਆਏ ਹੈਗੀ ਹੈ, ਚੀਨ ਕੋਲੇ ਵੀ ਹੈਗੀ ਹੈ, ਰੂਸ ਕੋਲੇ ਵੀ ਹੈ। ਸੋ ਸਾਡਾ ਆਨਸਰ ਕੀ ਆਊਗਾ ਜੀ? ਭਾਰਤ ਕੋਲੇ ਵਿਟੋ ਪਾਵਰ ਨਹੀਂ ਹੈ। ਪਰਮਾਨੈਂਟ ਮੈਂਬਰਾਂ ਕੋਲੇ ਵਿਟੋ ਪਾਵਰ ਹੈ, ਭਾਰਤ ਇਸ ਦਾ ਪਰਮਾਨੈਂਟ ਮੈਂਬਰ ਨਹੀਂ ਹੈ, ਹਾਲਾਂਕਿ ਕਈ ਵਾਰ ਟੈਂਪਰੇਰੀ ਮੈਂਬਰ ਰਹਿ ਚੁੱਕਿਆ ਹੈ।
ਸੋ ਅਗਲਾ ਕੁਐਸਚਨ ਆ ਗਿਆ, ਸੁਰੱਖਿਆ ਪਰਿਸ਼ਦ ਦੇ ਸਥਾਈ ਅਤੇ ਅਸਥਾਈ ਮੈਂਬਰਾਂ ਦੀ ਗਿਣਤੀ ਦੱਸੋ। ਸਥਾਈ ਮੈਂਬਰ ਭਾਵ ਪਰਮਾਨੈਂਟ ਮੈਂਬਰ, ਉਹ ਆਪਾਂ ਨੂੰ ਪਤਾ ਹੈ ਕਿੰਨੇ ਨੇ, 5। ਅਸਥਾਈ ਮੈਂਬਰ ਕਿੰਨੇ ਨੇ, 10। ਸੋ ਦਾ ਰਾਈਟ ਆਨਸਰ ਕੀ ਆ ਗਿਆ ਜੀ, 5 ਅਤੇ 10। 5 ਪਰਮਾਨੈਂਟ ਮੈਂਬਰ, 10 ਬੇਟਾ ਜਿਹਨੂੰ ਆਪਾਂ ਕਹਿੰਦੇ ਨੇ ਟੈਂਪਰੇਰੀ ਮੈਂਬਰ ਜਾਂ ਅਸਥਾਈ ਮੈਂਬਰ। ਆ ਤੁਹਾਡੇ ਸਾਹਮਣੇ ਫਿਗਰ ਆ ਗਈ, 5 ਹੈਗੇ ਨੇ ਜੀ ਪਰਮਾਨੈਂਟ ਮੈਂਬਰ, ਆਪਾਂ ਯਾਦ ਕਰ ਚੁੱਕੇ ਹਾਂ, USA, ਚਾਈਨਾ, UK, ਫਰਾਂਸ ਐਂਡ ਰਸ਼ੀਆ। 10 ਜਿਹੜੇ ਮੈਂਬਰ ਨੇ ਉਹ 2-2 ਸਾਲਾਂ ਵਾਸਤੇ ਬਣਦੇ ਨੇ, ਉਹਨਾਂ ਦੀ ਸ਼ਿਫਟਿੰਗ ਦੇ ਵਿੱਚ ਉਹ ਚੇਂਜ ਹੁੰਦੇ ਰਹਿੰਦੇ ਨੇ। ਅਗਲਾ ਸਾਡੇ ਕੋਲ ਕੁਐਸਚਨ ਆ ਗਿਆ ਜੀ, ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਕੁੱਲ ਕਿੰਨੇ ਮੈਂਬਰਾਂ ਦੀ ਗਿਣਤੀ ਲਿਖੋ। ਕੁੱਲ ਕਿੰਨੇ ਮੈਂਬਰ ਹੁੰਦੇ ਨੇ ਬੇਟਾ ਇਸ ਕੌਂਸਲ ਦੇ ਵਿੱਚ, ਇਕਨੋਮਿਕ ਐਂਡ ਸੋਸ਼ਲ ਕੌਂਸਲ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ, ਉਹਨਾਂ ਦੀ ਗਿਣਤੀ ਹੈ ਬੇਟਾ ਜੀ 54। ਕਿੰਨੀ ਹੈ ਜੀ, 54। ਇਹ 3 ਸਾਲਾਂ ਵਾਸਤੇ ਇਹਨਾਂ ਦੀ ਚੋਣ ਕੀਤੀ ਜਾਂਦੀ ਹੈ, ਸੋ 3 ਸਾਲਾਂ ਬਾਅਦ ਇਹਨਾਂ ਨੂੰ ਚੇਂਜ ਕਰ ਦਿੱਤਾ ਜਾਂਦਾ। ਇਹਨਾਂ ਦਾ ਟਰਮ ਕਿੰਨੀ ਹੁੰਦੀ ਹੈ, 3 ਸਾਲਾਂ ਦੀ। ਕੁੱਲ ਮੈਂਬਰ ਕਿੰਨੇ ਨੇ ਜੀ, 54। ਸੋ ਇਸ ਸ਼ੀਟ ਦਾ ਲਾਸਟ ਕੁਐਸਚਨ ਹੈ, ਅੰਤਰਰਾਸ਼ਟਰੀ ਅਦਾਲਤ ਵਿੱਚ ਜੱਜਾਂ ਦੀ ਗਿਣਤੀ ਕਿੰਨੀ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜਿਹੜੀ ਪੂਰੇ ਵਿਸ਼ਵ ਦੀ ਇੱਕ ਕੋਰਟ ਬਣੀ ਹੋਈ ਹੈ, ਜਿਵੇਂ ਆਪਣੇ ਦੇਸ਼ ਦੇ ਵਿੱਚ ਲੋਅਰ ਕੋਰਟਸ, ਅੱਪਰ ਕੋਰਟ, ਹਾਈ ਕੋਰਟਸ, ਫਿਰ ਸੁਪਰੀਮ ਕੋਰਟ ਹੁੰਦੀ ਹੈ, ਉਸੇ ਤਰ੍ਹਾਂ ਬੇਟਾ ਸਾਰੇ ਵਿਸ਼ਵ ਦੀ ਇੱਕ ਕੋਰਟ ਬਣਾਈ ਗਈ ਹੈ ਹਨਾ, ਜਿਸ ਨੂੰ ਅੰਤਰਰਾਸ਼ਟਰੀ ਅਦਾਲਤ ਬੋਲਦੇ ਆ। ਇਹਦੇ ਵਿੱਚ ਜੱਜਾਂ ਦੀ ਕੁੱਲ ਗਿਣਤੀ ਕਿੰਨੀ ਹੈ ਬੇਟਾ ਜੀ, ਇਹਦੇ ਵਿੱਚ ਜੱਜਾਂ ਦੀ ਕੁੱਲ ਗਿਣਤੀ ਹੈ 15 ਹੈ ਜੀ ਹਨਾ। ਜੱਜਾਂ ਦੀ ਜਿਹੜੀ ਚੋਣ ਹੈ ਬੇਟਾ ਉਹ ਮਹਾਸਭਾ ਅਤੇ ਸੁਰੱਖਿਆ ਪਰਿਸ਼ਦ ਦੁਆਰਾ 9 ਸਾਲਾਂ ਲਈ ਕੀਤੀ ਜਾਂਦੀ ਹੈ, ਠੀਕ ਹੈ ਜੀ। ਤੇ ਇਹਦੇ ਜਿਹੜੇ ਜੱਜ ਨੇ ਬੇਟਾ, ਜਿਵੇਂ ਆਪਣੀਆਂ ਕੌਂਸਲ ਲੈਜਿਸਲੇਟਿਵ ਕੌਂਸਲ ਹੁੰਦੀਆਂ ਨਾ, ਉਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਜਿਹੜੇ ਜੱਜ ਨੇ ਹਨਾ, 3 ਸਾਲਾਂ ਮਗਰੋਂ 1/3 ਜੱਜ ਰਿਟਾਇਰ ਹੋ ਜਾਂਦੇ ਨੇ, ਉਵੇਂ ਹੀ 1/3 ਨਵੇਂ ਜੱਜ ਕੰਟੀਨਿਊ ਕੰਮ ਕਰਦੇ ਰਹਿੰਦੇ ਨੇ। ਸੋ ਅੰਤਰਰਾਸ਼ਟਰੀ ਕੋਰਟ ਹੈ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਉਹਦੇ ਵਿੱਚ ਕੁੱਲ ਜੱਜਿਸ ਦੀ ਗਿਣਤੀ ਹੁੰਦੀ ਹੈ ਜੀ 15 ਹੁੰਦੀ ਹੈ। ਇਹਦਾ ਬੇਟਾ ਹੈੱਡ ਕੁਆਰਟਰ ਹੈ ਜਿਹੜਾ ਉਹ ਹੈ ਹੇਗਸ ਦੇ ਵਿੱਚ, ਹਾਲੈਂਡ ਦੇ, ਨੀਦਰਲੈਂਡ ਦੇ ਹੇਗਸ ਦੇ ਵਿੱਚ ਹੈ। ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, UNO ਦੀਆਂ ਜਿਹੜੀਆਂ 6 ਆਰਗਨ ਸੀ ਉਹਦੇ ਵਿੱਚੋਂ ਇੱਕੋ ਇੱਕ ਆਰਗਨ ਇਹ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਜਿਸ ਦਾ ਹੈੱਡ ਕੁਆਰਟਰ USA ਦੇ ਵਿੱਚ ਨਹੀਂ ਹੈ। ਕਿੱਥੇ ਹੈ ਜੀ, ਇਹ ਹੇਗਸ ਨੀਦਰਲੈਂਡ ਦੇ ਵਿੱਚ ਇਸ ਦਾ ਹੈੱਡ ਕੁਆਰਟਰ ਹੈ। ਸੋ ਮੈਨੂੰ ਉਮੀਦ ਹੈ ਬੇਟਾ ਵੀ ਤੁਹਾਨੂੰ ਅੱਜ ਦੀ ਇਹ ਸ਼ੀਟ ਦੇ ਕੁਐਸਚਨ ਸਮਝ ਆ ਗਏ ਹੋਣਗੇ। ਬੜੇ ਹੀ ਮਹੱਤਵਪੂਰਨ ਕੁਐਸਚਨ ਨੇ ਤੁਹਾਡੇ NTSC ਐਗਜ਼ਾਮ ਵਾਸਤੇ ਵੀ, ਐਜ਼ ਵੈਲ ਐਜ਼ ਫਾਈਨਲ ਐਗਜ਼ਾਮ ਵਾਸਤੇ ਵੀ, ਤੇ ਥਰੂ ਆਊਟ ਲਾਈਫ ਤੁਹਾਡੇ ਇਹ ਕੰਮ ਆਉਣ ਵਾਲੇ ਟੌਪਿਕ ਹੈ UNO, ਇੰਡੀਅਨ ਫੋਰਨ ਪਾਲਿਸੀ। ਸੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਚੰਗੀ ਤਰ੍ਹਾਂ ਇਹ ਸਮਝ ਆ ਗਿਆ ਹੋਊਗਾ, ਇਹਦੀ ਆਨਸਰ ਕੀ ਵੀ ਤੁਸੀਂ ਉਰੋਂ ਕਲੈਕਟ ਕਰ ਸਕਦੇ ਹੋ। ਸੋ ਇਸ ਵੀਡੀਓ ਨੂੰ ਧਿਆਨ ਨਾਲ ਸੁਣਨ ਲਈ ਤੁਹਾਡਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮੱਚ। ਪਲੀਜ਼ ਟੇਕ ਕੇਅਰ ਐਟ ਹੋਮ। ਥੈਂਕ ਯੂ ਵੈਰੀ ਮੱਚ।